ਜੀ ਵੱਡੇ ਭਾਗਾਂ ਨਾ ਪ੍ਰਾਪਤ ਹੋਵੇ, ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾ ਪ੍ਰਾਪਤ ਹੋਵੇ, ਸਤ ਸੰਗ ਸਾਧੂਆਂ ਦਾ। ਆਗਾ ਨਾ ਪ੍ਰਾਪਤ ਵੱਡੇ ਭਾਗਾਂ ਨਾ ਪ੍ਰਾਪਤ ਹੋਵੇ, ਸਤ ਸੰਗ ਸਾਧੂਆਂ ਦਾ। ਵੱਡੇ ਭਾਗਾਂ ਨਾ ਪ੍ਰਾਪਤ ਹੋਵੇ, ਸਤ ਸੰਗ ਸਾਧੂਆਂ ਦਾ। ਆਗਾ ਨਾ ਪ੍ਰਾਪਤ ਹੋਵੇ, ਸਤ ਸੰਗ ਜੀ ਸਾਧੂਆਂ ਦਾ। ਸਤ ਸੰਗ ਜੀ ਸਾਧੂਆਂ ਦਾ। ਪੁਰਬਲਾ ਕਰਮ ਮੇਰਾ ਜਾਗਿਆ, ਕੋਈ ਪੁਰਬਲਾ ਕਰਮ ਮੇਰਾ ਜਾਗਿਆ। ਮੇਲਾ ਹੋਇਆ ਪਿਆਰਿਆਂ ਦਾ, ਕੋਈ ਪੁਰਬਲਾ ਕਰਮ ਮੇਰਾ ਜਾਗਿਆ। ਮੇਲਾ ਹੋਇਆ ਸਾਧੂਆਂ ਦਾ, ਪੁਰਬਲਾ ਕਰਮ ਮੇਰਾ। ਵੱਡੇ ਕਰਮਾਂ ਦੀ ਨਿਸ਼ਾਨੀ ਮਣਾ ਮੇਰਿਆ, ਉਹ ਵੱਡੇ ਕਰਮਾਂ ਦੀ ਨਿਸ਼ਾਨੀ ਮਣਾ ਮੇਰਿਆ। ਵੱਡੇ ਕਰਮਾਂ ਦੀ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਮਿਲਦੇ ਸਾਧੂ। ਕਰਮਾਂ ਦੇ ਸੌਦੇ ਨੇ ਐਵੇਂ ਨਾ ਮਿਲਦੇ ਸਾਧੂ। ਕਰਮਾਂ ਦੇ ਸੌਦੇ ਐਵੇਂ ਨਾ ਮਿਲਦੇ ਸਾਧੂ।
ਐਵੇਂ ਨਾ ਮਿਲਦੇ ਸਾਧੂ, ਐਵੇਂ ਨਾ ਮਿਲਦੇ ਸਾਧੂ, ਐਵੇਂ ਨਾ ਮਿਲਦੇ ਸਾਧੂ, ਐਵੇਂ ਨਾ ਮਿਲਦੇ ਸਾਧੂ, ਐਵੇਂ ਨਾ ਮਿਲਦੇ, ਐਵੇਂ ਨਾ ਮਿਲਦੇ ਸਾਧੂ। ਕਰਮਾਂ ਦੇ ਸੌਦੇ ਨੇ ਐਵੇਂ ਨਾ ਮਿਲਦੇ ਸਾਧੂ, ਕਰਮਾਂ ਦੇ ਸੌਦੇ ਨੇ ਐਵੇਂ ਨਾ ਮਿਲਦੇ ਸਾਧੂ, ਐਵੇਂ ਨਾ ਮਿਲਦੇ ਸਾਧੂ। ਪੂਰਬ ਕਰਮ ਅੰਕੁਰ ਪ੍ਰਗਟੇ, ਬੇਟਿਓ ਪੁਰਖ ਰਸ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਿਨ ਮਸਤਕ ਤੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮਦਾਸ ਜੀ। ਸਾਧ ਸੰਗਤ, ਸ਼੍ਰੀ ਹਜ਼ੂਰ ਬਾਬਾ ਜੀ ਖੰਨੇ ਵਾਲੇ ਮਹਾਂਪੁਰਖ ਉਹਨਾਂ ਦਾ ਪਿਆਰ ਸਾਡੇ ਹਿਰਦੇ ਅੰਦਰ ਹੈ। ਉਹਨਾਂ ਦੀ ਯਾਦ ਸਾਡੇ ਕੋਲ ਹੈ। ਉਹਨੂੰ ਸੰਭਾਲੀ ਬੈਠੇ ਹਾਂ ਆਪਣੇ ਹਿਰਦਿਆਂ ਦੇ ਵਿੱਚ। ਭੁੱਲ ਜਾਵਾਂਗੇ ਤਾਂ ਕਿਰਤ ਕਣ ਖਵਾਵਾਂਗੇ, ਕਿਉਂਕਿ ਵੱਡੇ ਵੱਡੇ ਪਰਉਪਕਾਰ ਉਹਨਾਂ ਨੇ ਸਾਡੇ ਤੇ ਕੀਤੇ ਹੈ। ਐਸੇ ਪਰਉਪਕਾਰ ਜਿਹੜੇ ਅਸੀਂ ਭੁਲਾ ਨਹੀਂ ਸਕਦੇ। ਦੁਨਿਆਵੀ ਤੌਰ ਤੇ ਕੋਈ ਮਾਇਆ ਦਾ ਦਾਨ ਕਰਦਾ ਹੈ, ਕੋਈ ਜ਼ਮੀਨ ਦਾਨ ਕਰਦਾ, ਕੋਈ ਹੋਰ ਵਸਤੂਆਂ ਦਾ ਦਾਨ ਕਰਦਾ, ਪਰ ਸਾਨੂੰ ਮਹਾਂਪੁਰਖਾਂ ਨੇ ਜੀ ਦਾਨ ਦਿੱਤਾ ਹੈ। ਜੀ ਦਾਨ, ਆਤਮਾ ਨੂੰ ਹਲੂਣਾ ਦਿੱਤਾ ਹੈ। ਜ਼ਿੰਦਗੀ ਜੀਵਨ ਦਾਨ, ਜਿਹਨੂੰ ਗੁਰਬਾਣੀ ਵਿੱਚ ਬਾਬਾ ਜੀ ਕਥਨ ਕਰਦੇ ਨੇ, ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ। ਸਾਧੂ ਲੋਕ ਸਾਡੀ ਆਤਮਾ ਦੇ ਸਹਾਇਕ ਨੇ, ਕਿਉਂਕਿ ਉਡਾਨ ਹੈ ਜਿਹੜੀ ਉਹ ਸਰੀਰ ਨੇ ਨਹੀਂ ਭਰਨੀ। ਉਡਾਰੀ ਹੈ ਜਿਹੜੀ ਇੱਥੋਂ ਅਗਲੇ ਘਰ ਪਹੁੰਚ ਹੈ, ਜਿਹੜੀ ਉਹ ਸਰੀਰ ਦੀ ਨਹੀਂ ਹੈ, ਉਹ ਆਤਮਾ ਦੀ ਹੈ। ਉਹ ਅੰਦਰ ਦੀ ਸੂਖਸ਼ਮ ਸਰੀਰ ਦੀ ਗੱਲ ਹੈ। ਤੇ ਸਾਧੂ ਦੀ ਪਹੁੰਚ ਸਾਡੇ ਸੂਖਸ਼ਮ ਸਰੀਰ ਤੱਕ ਹੁੰਦੀ ਹੈ, ਅੰਦਰ ਤੱਕ। ਇਸ ਕਰਕੇ ਬਾਹਰੀ ਸਰੀਰ ਦੀ ਗੱਲ ਨਹੀਂ, ਸਰੀਰ ਤਾਂ ਸਾਧੂ ਦਾ ਵੀ ਇੱਥੇ ਹੀ ਰਹਿ ਜਾਂਦਾ ਹੈ, ਪਰ ਆਤਮਿਕ ਮੰਡਲ ਤੌਰ ਤੇ ਸਾਧੂ ਉੱਚੀਆਂ ਉਡਾਰੀਆਂ ਲਾਉਂਦਾ। ਸਾਡੇ ਵਿੱਚ ਰਹਿ ਕੇ, ਸਾਡੇ ਵਾਂਗੂ ਰਹਿਣ ਸਹਿਣ ਕਰਕੇ ਆਤਮਿਕ ਤੌਰ ਤੇ ਕਿਸੇ ਹੋਰ ਮੰਡਲ ਵਿੱਚ ਉਹ ਵਿਚਰਦੇ ਨੇ। ਉਹਨਾਂ ਦਾ ਸਾਥੋਂ ਇਸੇ ਕਰਕੇ ਉਹ ਵੱਖਰੇ ਹੋ ਜਾਂਦੇ ਨੇ, ਅਲੱਗ ਹੋ ਜਾਂਦੇ ਨੇ। ਵੈਸੇ ਰੂਪ ਰੇਖਾ ਸਾਡੇ ਵਰਗੀ ਹੁੰਦੀ ਹੈ, ਸਭ ਕੁਛ ਦਿਖਣ ਨੂੰ ਸਾਡੇ ਵਰਗੇ ਲੱਗਦੇ ਨੇ, ਪਰ ਅੰਦਰ ਤੌਰ ਤੇ, ਰੂਹਾਨੀਅਤ ਤੌਰ ਤੇ, ਆਤਮਿਕ ਤੌਰ ਤੇ ਸਾਥੋਂ ਵੱਖ ਹੋ ਜਾਂਦੇ ਨੇ। ਉਹੀ ਸਾਡੀ ਆਤਮਾ ਦੇ ਸਹਾਈ ਬਣਦੇ ਨੇ, ਸਾਡੀ ਜਿੰਦ ਦੇ ਸਹਾਇਕ ਬਣਦੇ ਨੇ। ਸੰਤ ਸਹਾਈ ਜੀ ਕੇ ਭਵਜਲ ਤਾਰਨ। ਉਹ ਜਿਹੜਾ ਭਵਜਲ ਇੱਕ ਸਾਗਰ ਹੈ ਜਿਹਦੇ ਵਿੱਚ ਪਾਣੀ ਹੁੰਦਾ ਹੈ, ਜਿਹਨੂੰ ਅਸੀਂ ਜਹਾਜ਼ ਦੁਆਰਾ, ਕਿਸ਼ਤੀ ਦੁਆਰਾ ਪਾਰ ਕਰ ਸਕਦੇ ਹਾਂ। ਪਰ ਜਿਹੜਾ
ਉਹਦੀ ਤੁਲਨਾ ਇੱਕ ਸਾਗਰ ਦੇ ਨਾਲ ਤੁਰਨਾ ਬਾਬਾ ਜੀਆਂ ਨੇ ਸੰਸਾਰ ਦੀ ਵੀ ਕੀਤੀ ਹੈ। ਸਾਗਰ ਵਿੱਚ ਪਾਣੀ ਹੁੰਦਾ, ਪਾਣੀ ਡੋਬਦਾ, ਸੰਸਾਰ ਵਿੱਚ ਮਾਇਆ ਹੈ। ਇਹ ਮਾਇਆ ਬੰਦੇ ਨੂੰ ਡੋਬਦੀ ਹੈ। ਇਹ ਮਾਇਆ ਤੋਂ ਜਿਹੜੇ ਸਾਧੂ ਲੋਕ ਨੇ ਸਾਨੂੰ ਪਾਰ ਕਰਦੇ ਨੇ, ਨਾਮ ਰੂਪੀ ਕਿਸ਼ਤੀ ਵਿੱਚ ਬਿਠਾ ਕੇ ਨਾਮ ਬੇੜੀ ਸੰਤ ਮਲਾ ਤਾਰ ਦਿੰਦੇ ਖਾ ਮਖਾ। ਸਾਧੂ ਲੋਕ ਨੇ ਜਿਹੜੇ ਉਹ ਨਾਮ ਰੂਪੀ ਬੇੜੀ 'ਚ ਬਿਠਾ ਕੇ ਇਹ ਸੰਸਾਰ ਰੂਪੀ ਸਾਗਰ ਤੋਂ ਤਾਰਦੇ ਨੇ, ਜਿਹਨੂੰ ਭਗਤ ਨਾਮਦੇਵ ਜੀ ਨੇ ਕਿਹਾ ਸੰਸਾਰ ਸਮੁੰਦੇ ਤਾਰ ਗੋਬਿੰਦੇ। ਇਹ ਸੰਸਾਰ ਸਾਗਰ ਤੋਂ ਸਾਧੂ ਲੋਕ ਜਿਹੜੇ ਪਾਰ ਕਰਦੇ ਨੇ ਨਾਮ ਰੂਪੀ ਕਿਸ਼ਤੀ ਦੇ ਵਿੱਚ ਬਿਠਾ ਕੇ। ਇਸੇ ਕਰਕੇ ਬਾਬਾ ਜੀ ਕਥਨ ਕਰਦੇ ਨੇ ਕਿ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ। ਸਾਧੂ ਸਾਰਿਆਂ ਤੋਂ ਉੱਚੇ ਹੁੰਦੇ। ਉੱਚੇ ਕਿਉਂ ਹੋ ਗਏ? ਕਿਉਂਕਿ ਉੱਚੇ ਨਾਲ ਉਹਨਾਂ ਦਾ ਨਾਤਾ ਹੁੰਦਾ ਹੈ, ਉੱਚੇ ਨਾਲ ਉਹ ਜੁੜੇ ਹੁੰਦੇ ਨੇ। ਉੱਚੇ ਉੱਪਰ ਉੱਚਾ ਨਾਮ, ਸਭ ਤੋਂ ਵੱਡਾ ਸਤਿਗੁਰੂ ਨਾਨਕ। ਉਹ ਆਤਮਾ ਕਰਕੇ ਮਨ ਕਰਕੇ ਨਾਮ ਨਾਲ ਜੁੜੇ ਹੁੰਦੇ ਨੇ, ਇਸ ਕਰਕੇ ਉਹ ਸਾਰਿਆਂ ਤੋਂ ਉੱਚੇ ਹੁੰਦੇ ਨੇ। ਸਭ ਤੋਂ ਉੱਚੇ ਜਾਣੀਏ। ਕਿਉਂ ਉੱਚੇ ਜਾਣੀਏ? ਨਾਨਕ ਨਾਮ ਪਿਆਰ। ਉਹਨਾਂ ਦਾ ਨਾਨਕ ਦੇ ਨਾਮ ਨਾਲ ਪਿਆਰ ਹੁੰਦਾ ਹੈ। ਉਹ ਨਾਨਕ ਦੇ ਨਾਮ ਨਾਲ ਜੁੜੇ ਹੁੰਦੇ ਨੇ, ਬਾਣੀ ਨਾਲ ਜੁੜੇ ਹੁੰਦੇ ਨੇ। ਇਸੇ ਕਰਕੇ ਸਾਨੂੰ ਵੀ ਉਹ ਇਹੀ ਕਹਿੰਦੇ ਨੇ ਕਿ ਨਾਨਕ ਦੇ ਨਾਮ ਨਾਲ ਜੁੜੋ। ਇਸੇ ਕਰਕੇ ਮਹਾਂਪੁਰਖ ਪੜ੍ਹ ਕੇ ਗਏ ਆ ਨਾ, ਕਬੀਰ ਸੇਵਾ ਕੋ ਦੋਏ ਭਲੇ। ਦੋ ਸਰੀਰਾਂ ਦਾ ਜ਼ਿਕਰ ਕੀਤਾ, ਦੋ ਆਤਮਾਵਾਂ ਦਾ ਜ਼ਿਕਰ ਕੀਤਾ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਸਾਧੂ ਨੂੰ ਏਕ ਕਿਹਾ ਕਿਉਂਕਿ ਸਾਧੂ ਅਨੇਕ, ਸੰਤ ਸਮੂਹ ਅਨੇਕ ਮਤੀ ਕੇ। ਸਾਧੂ ਬਹੁਤ ਨੇ, ਅਨੇਕਾਂ ਨੇ। ਉਹਨਾਂ ਦਾ ਕਰਮ ਕੀ ਹੁੰਦਾ? ਸਾਧੂ ਦਾ ਪਰਮੇਸ਼ਰ ਇੱਕ ਹੈ, ਰੱਬ ਇੱਕ ਹੈ। ਇਸੇ ਕਰਕੇ ਸਾਡੀ ਗੁਰਮਤਿ ਦੀ ਗੱਲ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ, ਇੱਕ ਤੇ ਹੀ ਜਾ ਕੇ ਸਮਾਪਤ ਹੋ ਜਾਂਦੀ ਹੈ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਇੱਕ ਤੋਂ ਗੱਲ ਸਾਡੀ ਸ਼ੁਰੂ ਹੁੰਦੀ ਹੈ, ਇੱਕ ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਤੇ ਸਾਧੂ ਅਨੇਕਤਾ ਰੂਪ ਵਿੱਚ ਆਉਂਦੇ ਨੇ। ਜਿਵੇਂ ਆਪਣੇ ਇਲਾਕੇ 'ਚ ਬੜੇ ਸਾਧੂ ਹੋਏ ਨੇ, ਆਪਣੇ ਇਲਾਕੇ 'ਚ ਜਿਵੇਂ ਮਹਾਂਪੁਰਖ ਜ਼ਿਕਰ ਕਰਦੇ ਸੀ, ਟਿੱਬੇ ਇੱਥੇ ਹੁੰਦੇ ਸੀ, ਇੱਥੇ ਆ ਹਰਿਆਵਲ, ਇੱਥੇ ਖੁਸ਼ਹਾਲੀ ਹਜੂਰ ਬਾਬਾ ਜੀ ਨੇ ਲਿਆਂਦੀ ਹੈ। ਨੇੜੇ ਆਪਣੇ ਸਿੱਧਸਰ ਸਿਉੜਾ ਸਾਹਿਬ ਵਾਲੇ ਮਹਾਂਪੁਰਖ, ਰਾੜਾ ਸਾਹਿਬ ਵਾਲੇ ਮਹਾਂਪੁਰਖ, ਸ਼੍ਰੀ ਹਜੂਰ ਬਾਬਾ ਜੀ ਸ਼ਾਨ ਸਾਹਿਬ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਇਸ ਇਲਾਕੇ ਨੂੰ ਰੰਗਤ ਚਾੜ੍ਹੀ ਹੈ। ਸੋ ਐਸੇ ਜਿਹੜੇ ਸਾਧੂ ਅਨੇਕਤਾ ਰੂਪ ਆ ਜਾਂਦੇ ਆ, ਪਰ ਰੱਬ ਵਾਹਿਗੁਰੂ ਪਰਮੇਸ਼ਰ ਇੱਕ ਹੈ। ਉਹੀ ਜ਼ਿਕਰ ਬਾਬਾ ਜੀ ਨੇ ਕੀਤਾ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ। ਰਾਮ ਹੈ ਜਿਹੜਾ ਉਹ ਮੁਕਤੀ ਬਖਸ਼ਿਸ਼ ਕਰਦਾ ਹੈ, ਭਾਵ ਤੇਰੇ ਪਾਪਾਂ ਪੁੰਨਾਂ ਦਾ ਤੁਲਨਾਪ ਕਰਦਾ ਹੈ। ਪਰ ਉੱਥੋਂ ਤੱਕ ਲਿਜਾਣ ਵਾਲੇ ਕੌਣ ਨੇ? ਉਹ ਸਾਧੂ ਹੈ। ਉਹ ਹਜੂਰ ਬਾਬਾ ਜੀ ਵਰਗੇ ਪ੍ਰੀਤਮ ਨੇ, ਉਹ ਸਾਨੂੰ ਲਿਜਾਂਦੇ ਨੇ, ਉਹ ਪ੍ਰੇਰਦੇ ਨੇ। ਨਾਮ ਨਾਲ ਜੁੜੋ, ਸ਼ੁਭ ਕਰਮ ਕਰੋ, ਮਾੜਾ ਨਾ ਕਰੋ, ਉਹ ਜੋੜਦੇ ਨੇ ਸਾਧੂ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਸਾਧੂ ਜਪਾਉਂਦੇ ਨੇ, ਉਹ ਆਪ ਜਪ ਰਹੇ ਹੁੰਦੇ ਨੇ, ਕਿਉਂਕਿ ਉਹਨਾਂ ਦਾ ਕਰਮ ਹੈ ਆਪ ਜਪੈ ਅਵਰੈ ਨਾਮ ਜਪਾਵੇ। ਉਹ ਆਪ ਵੀ ਜਪ ਰਹੇ ਹੁੰਦੇ ਨੇ ਤੇ ਸਾਨੂੰ ਵੀ ਉਹ ਕਹਿੰਦੇ ਨੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ। ਸਾਰੇ ਲਾਓ ਹਾਜ਼ਰੀ, ਸਾਰੀ ਸੰਗਤ। ਗੁਰੂ ਵਾਹਿਗੁਰੂ 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 ਵਾਹਿਗੁਰੂ
ਸਾਰੇ। ਵਾਹਿਗੁਰੂ 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 ਵਾਹਿਗੁਰੂ। ਜੀ ਨਾਮ ਜਪਣਾ ਤੇ ਨਾਮ ਜਪਾਉਣਾ, ਇਹੋ ਕੰਮ ਸਾਧੂਆਂ ਦਾ। ਨਾਮ ਜਪਣਾ ਤੇ ਨਾਮ ਜਪਾਉਣਾ, ਇਹੋ ਕੰਮ ਸਾਧੂਆਂ ਦਾ। ਨਾਮ ਜਪਣਾ ਤੇ ਨਾਮ ਗੱਜ ਕੇ ਪੈਣਾ। ਨਾਮ ਜਪਣਾ ਤੇ ਨਾਮ ਜਪਾਉਣਾ, ਜੀ ਨਾਮ ਜਪਾਉਣਾ, ਇਹੋ ਕੰਮ ਸਾਧੂਆਂ ਦਾ। ਜਪਣਾ ਤੇ ਨਾਮ ਜਪਾਉਣਾ, ਇਹੋ ਕੰਮ ਸਾਧੂਆਂ ਦਾ। ਨਾਮ ਜਪਣਾ ਤੇ ਨਾਮ ਗੱਜ ਕੇ ਪੈਣਾ। ਵਾਹ ਵਾਹ। ਸਾਧੂ ਦਾ ਕਰਮ ਹੁੰਦਾ ਆਪ ਜਪੇ ਅਵਰੈ ਨਾਮ ਜਪਾਵੇ। ਉਹ ਆਪ ਵੀ ਜਪੇ ਤੇ ਦੂਸਰੇ ਨੂੰ ਵੀ ਜਪਾਵੇ। ਕਿਉਂਕਿ ਨਾਮ ਜਪਣ ਕਰਕੇ ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਫੇਰ ਹੀ ਭਵਜਲ ਤਰ ਹੋਣਾ ਹੈ। ਐਵੇਂ ਨਹੀਂ ਗੱਲਾਂ ਨਾਲ ਨਹੀਂ, ਸਾਧੂ ਨਾਮ ਨਾਲ ਜੋੜਦੇ ਐ ਸੰਸਾਰ ਤੋਂ ਤਾਰਨ ਲਈ। ਮਹਾਂਪੁਰਖ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਇੱਕ ਹੋਏ ਨੇ, ਬੜੇ ਚੜ੍ਹਦੀ ਕਲਾ ਵਾਲੇ ਸਾਧੂ। ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬੜੀ ਤਕੜੀ ਅਵਸਥਾ। ਉਹਨਾਂ ਦੇ ਸਮਾਗਮ ਹੁੰਦਾ ਤੇ ਤਲਵਾੜੇ ਤੋਂ ਸੰਗਤ ਆਉਂਦੀ ਸੀ। ਜਿਵੇਂ ਹਜੂਰ ਬਾਬਾ ਜੀਆਂ ਦਾ ਪਿਆਰ ਸੰਗਰੂਰ ਦੀ ਸੰਗਤ ਨਾਲ, ਧੂਰੀ ਦੀ ਸੰਗਤ ਨਾਲ, ਨੇੜੇ ਨੇੜੇ ਬੱਲੋਵਾਲ ਚਮਿੰਡੇ ਦੀ ਸੰਗਤ, ਇੱਥੇ ਨੇੜੇ ਇਲਾਕੇ ਦੀ ਸੰਗਤ, ਜਿਨ੍ਹਾਂ ਦਾ ਸੰਗਤ ਨਾਲ ਜ਼ਿਆਦਾ ਸਨੇਹ ਹੁੰਦਾ ਹੈ। ਉਵੇਂ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦਾ ਤਲਵਾੜੇ ਦੀ ਸੰਗਤ ਨਾਲ ਬੜਾ ਸਨੇਹ ਪ੍ਰੇਮ। ਕਿਉਂਕਿ ਸਨੇਹ ਗੱਲਾਂ ਵਾਲਿਆਂ ਨਾਲ ਤਾਂ ਬਣਦਾ ਕੋਈ ਨਹੀਂ। ਸਾਧੂ ਦਾ ਪਿਆਰ ਹੁੰਦਾ ਜਿਹੜੀ ਸੰਗਤ ਸੇਵਾ ਕਰਦੀ ਹੈ ਜ਼ਿੰਮੇਵਾਰੀ ਨਾਲ। ਜਿਹੜਾ ਸੇਵਾ ਕਰਦਾ ਉਹ ਸਾਧੂ ਨੂੰ ਪਿਆਰਾ ਲੱਗਦਾ। ਗੱਲਾਂ ਵਾਲਾ ਨਹੀਂ, ਵਿਹਲੜ ਨਹੀਂ ਚੰਗਾ ਲੱਗਦਾ। ਜਿਹੜਾ ਹੁਕਮ ਵਿੱਚ ਰਹਿੰਦਾ, ਜਿਹੜਾ ਸੇਵਾ ਕਰਦਾ ਉਹ ਚੰਗਾ ਲੱਗਦਾ, ਦੂਜਾ ਨਹੀਂ। ਉਵੇਂ ਸੰਗਤ ਨੇ, ਬੀਬੀਆਂ ਨੇ ਪ੍ਰਸ਼ਾਦੇ ਦੀ ਸੇਵਾ, ਸਿੰਘਾਂ ਨੇ ਜ਼ਿੰਮੇਵਾਰੀ ਨਾਲ ਸਾਰੀ ਸੇਵਾ ਉਹ ਸੰਗਤ ਕਰਦੀ। ਆ ਜੁਲਾਈ ਮਹੀਨੇ ਦੇ ਵਿੱਚ ਜਿਵੇਂ ਮਹਾਂਪੁਰਖਾਂ ਨੇ ਇਹ ਸਮਾਂ ਬਣਾਇਆ, ਆਪਣੀ ਰਜਾ 'ਚ ਸਾਧੂ ਸਾਕਤ ਮਰੈ ਸੰਤ ਸਭ ਜੀਵੈ। ਬਾਬਾ ਕਬੀਰ ਸਾਹਿਬ ਕਹਿੰਦੇ ਸਾਕਤ ਪੁਰਸ਼ ਮਰਦਾ ਪਰ ਸਾਧੂ ਹਮੇਸ਼ਾ ਜਿਉਂਦਾ ਰਹਿੰਦਾ। ਸਾਕਤ ਮਰੈ ਸੰਤ ਸਭ ਜੀਵੈ। ਸਾਧੂ ਨਹੀਂ ਮਰਦੇ। ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜਿਵੇਂ ਇਹ ਮਹਾਂਪੁਰਖਾਂ ਨੇ ਕਹਿੰਦੇ ਖੰਨੇ ਦਾ ਜ਼ਿਕਰ ਹੈ। ਆਹ ਦਿਨਾਂ ਦੀ ਗੱਲ ਹੈ, ਆਹ ਦਿਨਾਂ ਦੀ ਗੱਲ। ਗਰਮੀ ਬੜੀ ਸੀ,
ਤੇ ਜਥੇ ਦੇ ਸਿੰਘਾਂ ਨੇ, ਕੁਛ ਸਿੰਘਾਂ ਨੇ 2 ਏਸੀ ਇੱਕ ਮਹਾਰਾਜ ਦੇ ਦਰਬਾਰ 'ਚ ਤੇ ਇੱਕ ਮਹਾਂਪੁਰਖਾਂ ਦੇ ਆਸਣ ਤੇ ਲਾਤਾ। ਖੰਨੇ ਦਾ ਇਹ ਜ਼ਿਕਰ ਹੈ। ਤੁਹਾਡੇ 'ਚੋਂ ਸੰਗਤ ਨੂੰ ਜ਼ਿਆਦਾ ਪਤਾ ਹੋਣਾ, ਸਾਡੇ ਕੋਲੇ ਤੇ ਸੁਣੀਆਂ ਸੁਣਾਈਆਂ ਸਟੋਰੀਆਂ ਹੁੰਦੀਆਂ। ਤੇ ਏਸੀ ਲਾਤਾ ਮਹਾਂਪੁਰਖਾਂ ਦੇ ਆਸਣ ਤੇ, ਹਜੂਰ ਬਾਬਾ ਜੀ ਖੰਨੇ ਵਾਲਿਆਂ ਦੇ ਆਸਣ ਤੇ ਏਸੀ ਲਾਤਾ। ਜਦੋਂ ਏਸੀ ਲੱਗਿਆ, ਮਹਾਂਪੁਰਖ ਕਹਿਣ ਲੱਗੇ ਗਰਮੀ ਬਹੁਤ ਜ਼ਿਆਦਾ ਸੀ, ਜਿਵੇਂ ਪਿੱਛੇ ਹੁਮਸ ਜੀ, ਗਰਮੀ ਵਿੱਚ ਆਪਾਂ ਇਕੱਲੇ ਹੀ ਤੰਗ ਨਹੀਂ ਹੁੰਦੇ, ਪਸ਼ੂ ਪੰਛੀ ਵੀ ਤੰਗ ਹੁੰਦੇ ਆ, ਪਾਣੀ ਤੋਂ ਤਰਾ ਤਰਾ ਕਰ ਰਹੇ ਹੁੰਦੇ ਆ। ਕਈ ਵੀਡੀਓ ਨਹੀਂ ਪਾਉਂਦੇ, ਛੋਟੇ ਛੋਟੇ ਕੂਕਰ ਦੇ ਬੱਚੇ ਕਿਵੇਂ ਛਾਂ ਲੱਭਦੇ ਫਿਰਦੇ ਆ, ਕਿਵੇਂ ਪਾਣੀ ਲੱਭਦੇ ਫਿਰਦੇ ਆ। ਤੇ ਜਦੋਂ ਫਿਰ ਇਹੋ ਜਿਹੇ ਸਮੇਂ ਦੇ ਵਿੱਚ ਮੀਂਹ ਪੈਂਦਾ ਹੈ, ਤੇ ਫਿਰ ਗੁਰਬਾਣੀ ਵਿੱਚ ਜ਼ਿਕਰ ਆਉਂਦਾ, ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸਾਰੇ ਆਪਾਂ ਹੀ ਨਹੀਂ ਹੁਣ ਆਨੰਦ ਮਹਿਸੂਸ ਕਰਦੇ, ਜੀਵ ਜੰਤੂ ਵੀ ਖੁਸ਼ੀ ਵਿੱਚ ਝੂਮ ਰਹੇ ਨੇ, ਕਿਉਂਕਿ ਮੀਂਹ ਪਿਆ ਹੈ। ਏਸੀ ਲਾਤਾ ਤੇ ਮਹਾਂਪੁਰਖ ਕਹਿਣ ਲੱਗੇ ਏਸੀ ਕਿਹਨੇ ਲਾਇਆ ਹੈ? ਜ਼ਿਕਰ ਕੀਤਾ ਜੀ ਫਲਾਨਿਆਂ ਨੇ ਲਾਇਆ। ਕਹਿੰਦੇ ਬੁਲਾਓ। ਕਹਿਣ ਲੱਗੇ ਸਾਨੂੰ ਤੇ ਏਸੀ ਲਾਤਾ, ਅਸੀਂ ਕੇਵਲ ਏਸੀ ਵਿੱਚ ਬੈਠਣਾ ਹੈ। ਜਿਹੜੇ ਕਿੰਨੇ ਜੀਵ ਜੰਤੂ ਤਰਾ ਤਰਾ ਪਾਣੀ ਤੋਂ ਬਿਨਾਂ ਗਰਮੀ ਵਿੱਚ ਤੜਪ ਰਹੇ ਨੇ, ਉਹਨਾਂ ਨੂੰ ਏਸੀ ਕੌਣ ਲਾਊ? ਕਹਿੰਦੇ ਏਸੀ ਲਵਾ ਦਿਓ। ਕਹਿੰਦੇ ਜੇ ਏਸੀ ਲੱਗੂਗਾ ਤੇ ਫਿਰ ਸਾਰਿਆਂ ਲਈ ਉਹ ਲੱਗੂਗਾ। ਆਖੋ ਸਤਨਾਮ। ਕਹਿੰਦੇ ਸਾਰਿਆਂ ਲਈ ਉਹ ਏਸੀ ਲੱਗੂ। ਕਹਿੰਦੇ ਰੱਬ ਦਾ ਏਸੀ ਜਦੋਂ ਲੱਗਦਾ ਫਿਰ ਸਾਰਿਆਂ ਲਈ ਉਹ ਲੱਗਦਾ ਹੈ। ਤੇ ਮੈਂ ਕੁਦਰਤ ਵੇਖੀ, ਹੁਣ ਦੀ ਗੱਲ ਹੈ, ਇੰਨੀ ਗਰਮੀ ਇੰਨੀ ਗਰਮੀ। ਤੇ ਜਿੱਦੇ ਆ ਪਿਛਲੇ ਹੁਣ ਮੀਂਹ, ਇੱਕ ਆ ਮੀਂਹ ਪਿਆ, ਇੱਕ ਪਿੱਛੇ ਥੋੜਾ ਜਿਹਾ, ਇੱਕ 10 ਦਿਨ ਪਿੱਛੇ ਮੀਂਹ ਪਿਆ ਸੀ। ਉਹ ਮੀਂਹ ਨੇ ਪੱਖੇ ਕੂਲਰ ਬੰਦ ਕਰਾਤੇ ਸੀ, ਠੰਡ ਲੱਗਣ ਲੱਗੀ ਸੀ। ਮੈਂ ਕਿਹਾ ਦੇਖੋ ਆਪਾਂ ਏਸੀ ਲਾ ਕੇ ਬਹਿਨੇ ਆ, ਪਰ ਰੱਬ ਦਾ ਏਸੀ ਦੇਖੋ ਕਿੰਨਾ ਬਾ ਕਮਾਲ ਹੈ। ਆ ਏਸੀ ਉਸੀ ਕੀ ਕੰਮ ਕਰਨਗੇ? ਸਾਧੂਆਂ ਦੇ ਅੰਦਰ ਰੱਬ ਦੇ ਨਾਮ ਦਾ ਏਸੀ ਲੱਗਿਆ ਹੁੰਦਾ ਹੈ, ਜਿਹਨੂੰ ਬਾਬਾ ਜੀ ਕਿਹਾ ਚੰਦਨ ਚੰਦਨ ਸਰਦ ਰੁੱਤ ਮੂਲ ਨ ਮੇਟਈ ਘਾਮ, ਸੀਤਲ ਥੀਵੈ ਨਾਨਕਾ ਜਾ ਪੰਧੜੋ ਹਰ ਨਾਮ। ਉਹ ਹਰੀ ਦੇ ਨਾਮ ਨਾਲ ਸੀਤਲ ਪਏ ਹੁੰਦੇ ਐ। ਤਪਤ ਮਾਹੇ ਠੰਡ ਵਰਤਾਈ, ਅੰਧ ਭਇਆ ਦੁੱਖ ਨਾਠੇ ਪਾਈ। ਉਹਨਾਂ ਕੋਲ ਸ਼ਾਂਤੀ ਹੁੰਦੀ ਹੈ, ਸੀਤਲ। ਤਾਂ ਹੀ ਤੇ ਭਾਈ ਗੁਰਦਾਸ ਜੀ ਨੇ ਵੀ ਕਿਹਾ, ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ। ਸ਼੍ਰੀ ਹਜੂਰ ਬਾਬਾ ਜੀ 66 ਸਾਹਿਬ ਵਾਲੇ ਵੀ ਆ ਪੜ੍ਹਾਇਆ ਕਰਦੇ ਸਨ। ਜੇ ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ। ਜੀ ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ। ਗੁਰ ਸੀਤਲ ਨਾਮ ਦਿਓ, ਗੁਰ ਸੀਤਲ ਨਾਮ ਦਿਓ, ਸੀਤਲ ਨਾਮ ਦਿਓ, ਗੁਰ ਸੀਤਲ ਨਾਮ ਦਿਓ, ਸੀਤਲ ਨਾਮ ਦਿਓ ਗੁਰ। ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ ਬੁਝ ਗਿਆ, ਤਪਤ ਕੜਾਹਾ। ਤੇ ਮਹਾਂਪੁਰਖਾਂ ਨੇ ਬਚਨ ਕੀਤਾ। ਫਿਰ 9 ਜੁਲਾਈ ਨੂੰ ਮਹਾਂਪੁਰਖ ਭਾਣਾ ਵਰਤਾ ਗਏ। 9 ਜੁਲਾਈ ਨੂੰ ਭਾਣਾ ਵਰਤਾ ਕੇ ਜਿੰਨਾ ਚਿਰ ਦੁਸਹਿਰੇ ਤੱਕ, ਮੈਨੂੰ ਦੱਸਦੇ ਸੀ ਪ੍ਰੇਮੀ, ਕਹਿੰਦੇ ਦੁਸਹਿਰੇ ਤੱਕ ਮਤਲਬ ਅੰਤਮ ਅਰਦਾਸ ਭੋਗ ਤੱਕ ਮੀਂਹ ਬੰਦ ਨਹੀਂ ਸੀ ਹੋਇਆ। ਇੰਨਾ ਮੀਂਹ ਪਿਆ, ਜਲ ਥਲ ਕਰਤਾ ਸੀ। ਐਸਾ ਏਸੀ ਮਹਾਂਪੁਰਖ ਲਾ ਕੇ ਗਏ। ਤੇ ਹੁਣ ਵੀ ਸ਼੍ਰੀ ਹਜੂਰ ਬਾਬਾ ਜੀ 66 ਸਾਹਿਬ ਵਾਲਿਆਂ ਦਾ
ਜਦੋਂ ਉਹਨਾਂ ਦਾ ਸਰੀਰ ਕੈਨੇਡਾ ਦੀ ਧਰਤੀ ਤੋਂ ਇੱਥੇ ਆਇਆ, ਛਾੜ ਸਾਹਿਬ ਆਇਆ, ਇੱਥੇ ਵੀ ਕਹਿੰਦੇ ਬਾਰਿਸ਼ ਹੁੰਦਗੋਈ ਰਹੀ। ਮਹਾਂਪੁਰਖਾਂ ਦਾ ਆਉਣਾ ਹੋਇਆ ਜਨਵਰੀ ਦੇ ਵਿੱਚ ਤਾਂ ਬਾਰਿਸ਼, ਜੇ ਜਾਣਾ ਹੋਇਆ ਤਾਂ ਬਾਰਿਸ਼। ਉਵੇਂ ਇਹ ਮਹਾਂਪੁਰਖਾਂ ਨੇ, ਹਜ਼ੂਰ ਬਾਬਾ ਜੀਆਂ ਨੇ ਛਾੜ ਸਾਹਿਬ ਵਾਲੇ ਮਹਾਂਪੁਰਖਾਂ ਦੀ ਰੱਜ ਕੇ ਸੰਗਤ ਕੀਤੀ ਹੈ। 3-3 ਘੰਟੇ ਇੱਕ ਚੌਂਕੜੇ 'ਚ ਬਹਿ ਕੇ ਸਾਹਮਣੇ ਮਹਾਂਪੁਰਖਾਂ ਦੇ ਬੈਠੇ ਰਹਿਣਾ, ਸਾਹਮਣੇ ਹੀ ਇੱਕ ਟੱਕ ਲਾ ਕੇ ਹਜ਼ੂਰ ਬਾਬਾ ਜੀ ਛਾੜ ਸਾਹਿਬ ਵਾਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਜੁੜੇ ਰਹਿੰਦੇ, ਐਸੇ ਆਨੰਦ ਵਿੱਚ ਜੁੜੇ ਰਹਿਣਾ। ਤੇ ਉਹਨਾਂ ਦੀ ਬਸ ਸੰਗਤ ਕੀਤੀ ਪ੍ਰੇਮ ਨਾਲ, ਫਿਰ ਅਭੇਦ ਹੀ ਹੋ ਗਏ। ਉੱਥੇ ਵੀ ਫਿਰ ਬਾਰਿਸ਼ ਨਹੀਂ ਹਟੀ ਤੇ ਹੁਣ ਵੀ ਬਾਰਿਸ਼ ਉਵੇਂ ਹੀ ਚੱਲਦੀ ਹੈ। ਸੋ ਮਹਾਂਪੁਰਖਾਂ ਕੋਲ ਉਹ ਨਾਮ ਦੀਆਂ ਦਾਤਾਂ ਹੁੰਦੀਆਂ ਨੇ। ਸੋ ਮੈਂ ਮਹਾਂਪੁਰਖਾਂ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦਾ ਜ਼ਿਕਰ ਕਰ ਰਿਹਾ ਸੀ, ਪਰ ਹੁਣ ਸਮਾਂ ਸਾਡਾ ਸਮਾਪਤ ਹੁੰਦਾ ਹੈ। ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਸ਼੍ਰੀ ਹਜ਼ੂਰ ਬਾਬਾ ਜੀ ਛਾੜ ਸਾਹਿਬ ਵਾਲਿਆਂ ਦੀ ਰੱਜ ਕੇ ਸੰਗਤ ਕੀਤੀ ਹੈ, ਆਨੰਦ ਮਾਣਿਆ। ਪਰ ਸਾਧੂ ਦਾ ਮਿਲਾਪ ਸੰਜੋਗ ਤੇ ਡਿਪੈਂਡ ਕਰਦਾ ਹੈ, ਸਾਧੂ ਦਾ ਵਿਛੋੜਾ ਵਿਜੋਗ ਤੇ ਡਿਪੈਂਡ ਕਰਦਾ ਹੈ। ਪਰ ਇਹ ਨਾਲ ਹੀ ਚੱਲਦੇ ਆ, ਜੀਵ ਦੇ ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਪਰ ਅੱਜ ਅਸੀਂ ਉਸ ਸਾਧੂ ਨੂੰ ਦੇ ਮਿਲਾਪ ਨੂੰ ਤਰਸ ਵੀ ਰਹੇ ਹਾਂ, ਪਰ ਤਰਸ ਉਹ ਰਿਹਾ ਸਾਡੇ 'ਚ ਜਿਹਨੇ ਮਹਾਂਪੁਰਖਾਂ ਤੋਂ ਕੁਝ ਲਾਹਾ ਖੱਟਿਆ, ਜਿਹੜੇ ਨਾਮ ਜਪਿਆ ਜਿਨ੍ਹਾਂ ਨੇ, ਜਿਹੜੇ ਬਾਣੀ ਨਾਲ ਜੁੜੇ ਨੇ, ਜਿਹੜੇ ਸਿਮਰਨ ਨਾਲ ਜੁੜੇ ਨੇ, ਉਹ ਤੜਪ ਰਹੇ ਨੇ, ਉਹ ਤਰਸ ਰਹੇ ਨੇ। ਦੂਜੇ ਨਹੀਂ ਤਰਸ ਰਹੇ, ਵਧੇਰੇ ਤਾਂ ਭੁੱਲ ਵੀ ਗਏ, ਆਏ ਵੀ ਨਹੀਂ ਹੋਣੇ। ਪਰ ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਉਸ ਥਾਨ ਨਾਲ ਸਨੇਹ ਹੈ, ਪਿਆਰ ਹੈ, ਉਹ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ, ਉਹ ਆ ਗਏ ਸਮੁੰਦਰਾਂ ਨੂੰ ਕੱਟਦੇ ਪਿਆਰ ਵਿੱਚ ਭੌਰੇ ਬਣ ਕੇ, ਕਿਉਂਕਿ ਆਪਣੇ ਪਿਆਰੇ ਦੀ ਯਾਦ ਹੈ। ਸੋ ਉਹਨਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ। ਅੱਜ ਪਹਿਲੇ ਦਿਨ ਦਾ ਸਮਾਗਮ ਹੈ, ਬਾਰਿਸ਼ ਵੀ ਹੋ ਗਈ ਹੈ, ਠੰਡ ਵੀ ਹੋ ਗਈ ਹੈ, ਪਰ ਅੱਜ ਸ਼ੁਰੂਆਤ ਹੈ। 8 ਤੇ 9 ਤਰੀਕ ਦਾ ਸਮਾਂ ਬੇਅੰਤ ਸਾਧੂਆਂ ਨੇ ਹਾਜ਼ਰੀ ਭਰਨੀ ਹੈ। ਸੋ ਆਪ ਜੀ ਇਸ ਦੁਨਿਆਵੀ ਕੰਮਾਂ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਇਸ ਸਥਾਨ ਤੇ ਜ਼ਰੂਰ ਹਾਜ਼ਰੀ ਭਰੋ। ਦਾਸ ਤੋਂ ਹੋਈਆਂ ਭੁੱਲਾਂ ਦੀ क्षमा ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ